ਅਜਿਹੀ ਹਰਕਤ ਕਰਨ ਵਾਲਾ ਕੌਣ ਸੀ? ਕੋਈ ਹੋਰ ਨਹੀਂ ਸੀ ਬਲਕਿ ਖੁਦ ਉਹ ਮਾਂ ਸੀ। मेरा मन टुट गया। मैं घर वाली नूं पुछया, मैं कोई मतलब पर घर वाली में मेरा इन्ना प्यार था, ये बच्चों से भी ज़्यादा मेरा प्यार घर वाली माता मैं दोनों। चलो आप परमात्मा जो अपनी गल करते ठीक, आप फिर घर बसावांगे। मैनूं पता तेरे नाल ओहदे है। ਇਹ ਲਾਸ਼ਾਂ ਮਿਲਣ ਤੋਂ ਬਾਅਦ ਬੱਚਿਆਂ ਦੀਆਂ ਉਦੋਂ ਗਏ ਨੇ ਜਾਂ ਫਿਰ ਲਾਪਤਾ ਹੋਣ ਤੋਂ ਬਾਅਦ ਹੀ ਚਲੇ ਗਏ ਸੀ? जब मेरे बच्चे लापता हुए हैं उसी दिन मेरे मामा सौरे जी ने कहा भी मतलब ये गलत है मुंडा भी इनू ना इत्थों बाड़ो। कुछ बच्चे का कुछ मैनू कुछ नहीं होंदा, मेरे बच्चे मेरे नाल ने, मैनू कुछ नहीं जब तक मतलब बच्चों ने सज़ा नहीं मिलती इन्होंने कातलों नूं। मैं तो यही जरूरत है जब तक मेरे बच्चों का भी इंसाफ नहीं होंदा, जब तक मैं जीवांगा। मैं सबका मरने की बहुत कोशिश करी पर मेरे बच्चे मेरे सामने आ जाते भी डैडी जब पर आएगा तो क्या मुँह दिखाएगा मैं। D5 ਚੈਨਲ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਆ। ਮੈਂ ਇਮਰਾਨ ਖਾਨ। ਪੌਣੇ 2 ਸਾਲ ਪਹਿਲਾਂ ਰਾਜਪੁਰਾ ਦੇ ਪਿੰਡ ਖੇੜੀ ਗੰਡੀਆਂ ਦੇ ਵਿੱਚੋਂ 2 ਮਾਸੂਮ ਲਾਪਤਾ ਹੋ ਜਾਂਦੇ ਨੇ। ਬੜੀ ਕੋਸ਼ਿਸ਼ਾਂ ਹੁੰਦੀਆਂ ਨੇ ਲੱਭਣ ਦੀਆਂ ਪਰ ਮਾਸੂਮ ਨਹੀਂ ਮਿਲਦੇ। ਕੁਝ ਦਿਨਾਂ ਬਾਅਦ ਇੱਕ ਦਿਲ ਦਹਿਲਾਉਣ ਵਾਲੀ ਜਿਹੜੀ ਆ ਘਟਨਾ ਸਾਹਮਣੇ ਆਉਂਦੀ ਆ। ਉਹਨਾਂ ਮਾਸੂਮਾਂ ਦੀ ਲਾਸ਼ਾਂ ਨਹਿਰ ਦੇ ਵਿੱਚੋਂ ਬਰਾਮਦ ਹੁੰਦੀਆਂ ਨੇ। ਪਰਿਵਾਰ ਤੜਫਦਾ ਕੁਰਲਾਉਂਦਾ ਕਿ ਆਖਰ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਕਿਸ ਨੇ। ਬੜੀਆਂ ਕੋਸ਼ਿਸ਼ਾਂ ਹੁੰਦੀਆਂ ਨੇ, ਲਾਸ਼ਾਂ ਤਾਂ ਮਿਲ ਜਾਂਦੀਆਂ ਨੇ ਬੱਚਿਆਂ ਦੀਆਂ ਪਰ ਬੱਚਿਆਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਮੁਲਜ਼ਮਾਂ ਦੇ ਚਿਹਰੇ ਬੇਨਕਾਬ ਨਹੀਂ ਹੁੰਦੇ। ਲੰਬੇ ਅਰਸੇ ਬਾਅਦ ਪੂਰੇ ਲਗਭਗ 2 ਸਾਲ ਬਾਅਦ ਮਾਸੂਮਾਂ ਨੂੰ ਇਸ ਅੰਜਾਮ ਤੱਕ ਪਹੁੰਚਾਉਣ ਵਾਲਿਆਂ ਦੇ ਚਿਹਰੇ ਬੇਨਕਾਬ ਹੁੰਦੇ ਨੇ। ਦੱਸ ਦਈਏ ਅਜਿਹੀ ਹਰਕਤ ਕਰਨ ਵਾਲਾ ਕੌਣ ਸੀ? ਕੋਈ ਹੋਰ ਨਹੀਂ ਸੀ ਬਲਕਿ ਖੁਦ ਉਹ ਮਾਂ ਸੀ, ਜਿਸ ਮਾਂ ਨੇ 9 ਮਹੀਨੇ ਕੁੱਖ ਦੇ ਵਿੱਚ ਰੱਖ ਕੇ ਉਹਨਾਂ ਨੂੰ ਜਨਮ ਦਿੱਤਾ ਸੀ। ਸ਼ਾਇਦ ਪਿਤਾ ਨੇ ਬੜੇ ਸੁਪਨੇ ਸਜਾਏ ਹੋਣਗੇ ਕਿ ਆਖਰ ਬੱਚਿਆਂ ਨੂੰ ਵੱਡੇ ਹੋ ਕੇ ਇਹ ਬਣਾਵਾਂਗੇ, ਕਿ ਆਖਰ ਇਸ ਸਕੂਲ ਦੇ ਵਿੱਚ ਪਾਵਾਂਗੇ, ਪਰ ਉਹ ਸੁਪਨੇ ਸਿਰਫ ਸੁਪਨੇ ਹੀ ਰਹਿ ਚੁੱਕੇ ਨੇ। ਇੱਕ ਘਟਨਾ ਨੂੰ ਅੰਜਾਮ ਦਿੱਤਾ ਇੱਕ ਮਾਂ ਨੇ ਸਿਰਫ ਆਪਣੀ ਪ੍ਰੇਮ ਕਹਾਣੀ ਨੂੰ ਸਿਰੇ ਤੱਕ ਚਾੜਨ ਦੇ ਲਈ। ਪ੍ਰੇਮੀ ਸੀ ਕੋਈ ਹੋਰ ਨਹੀਂ ਬਲਕਿ ਖੁਦ ਬੱਚਿਆਂ ਦੇ ਪਿਤਾ ਦੇ ਸਖੀ ਮਾਸੀ ਦਾ ਮੁੰਡਾ ਸੀ। ਉਸ ਪਿਤਾ 'ਤੇ ਕੀ ਬੀਤ ਰਹੀ ਆ ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚੇ ਨੇ। ਗੱਲਬਾਤ ਕਰਦੇ ਹਾਂ। ਦੀਦਾਰ ਸਿੰਘ ਜੀ, ਬੜੀ ਦੁਖਦਾਈ ਖਬਰ ਸੀ ਜਿਹੜੀ ਸਾਹਮਣੇ ਆਈ ਸੀ ਇਹ ਕਿ ਬੱਚਿਆਂ ਦੀਆਂ ਲਾਸ਼ਾਂ ਜਦੋਂ ਮਿਲੀਆਂ, ਪਹਿਲਾ ਦੁੱਖ ਉਹ ਸਭ ਤੋਂ ਪਹਿਲਾ ਦੁੱਖ ਉਹ ਜਦੋਂ ਬੱਚੇ ਲਾਪਤਾ ਹੋਏ। ਦੂਜਾ ਦੁੱਖ ਸਭ ਤੋਂ ਵੱਡਾ ਪਹਾੜ ਟੁੱਟ ਪੈਂਦਾ ਇੱਕ ਜਦੋਂ ਅਜਿਹੀ ਘਟਨਾ ਵਾਪਰਦੀ ਆ। ਉਸ ਤੋਂ ਬਾਅਦ ਬੱਚਿਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਮਨ ਦੇ ਵਿੱਚ ਇਹੀ ਸੀ ਕਿ ਆਖਰ ਪਿੰਡ ਦੇ ਵਿੱਚ ਕਿਸੇ ਨਾਲ ਦੁਸ਼ਮਣੀ ਨਹੀਂ ਹੈ, ਹੋਰ ਬਾਹਰ ਕਿਸੇ ਨਾਲ ਦੁਸ਼ਮਣੀ ਨਹੀਂ, ਕਿ ਆਖਰ ਇਹ ਅੰਜਾਮ ਜਿਹੜਾ ਇਹ ਘਟਨਾ ਕੀਤੀ ਕਿਸ ਨੇ। ਕਿਸ ਤਰ੍ਹਾਂ ਤੁਸੀਂ ਇਹ ਸਭ ਦਾ ਜਿਹੜਾ ਸਾਹਮਣਾ ਕੀਤਾ ਬੱਚਿਆਂ ਦਾ ਜਦੋਂ ਲਾਪਤਾ ਹੋਏ ਉਸ ਤੋਂ ਬਾਅਦ ਅੱਜ ਤੱਕ ਕਿਸ ਤਰ੍ਹਾਂ ਜਿਹੜਾ ਸਾਹਮਣਾ ਕੀਤਾ ਤੁਸੀਂ? मैं तो यही जरूरत है जब तक मेरे बच्चों का भी इंसाफ नहीं होंदा, जब तक मैं जीवांगा। मैं सबका मरने की बहुत कोशिश करी पर मेरे बच्चे मेरे सामने आ जाते भी डैडी जब पर आएगा तो क्या मुँह दिखाएगा मैनू भी साडा इंसाफ तो मिले नहीं हैगा। पर जद का पता नहीं मैनू बच्चे बेचारे दे, क्योंकि मैं तो आस छड़ दी थी भी मैं तो मरना बस। चलो एक आस थी भी घर वाली हैगी है, कोई बात नहीं, परमात्मा फिर खुशियाँ देगा जी। ऑपरेशन कराया तो मैं घर वाली का ही सबका ऑपरेशन खिलाया जी मैं, पर हुण तो जमी आस टुटे गई जी। हुण तो भी ये मेरे नाल क्या बन गया, खुद बच्चों की ही माँ मतलब इस तरह लिखड़ेगी तो ये तो कभी सोचा भी नहीं था जी। ਦੀਦਾਰ ਜੀ ਕਿੰਨੀ ਸਾਲ ਦੀ ਉਮਰ ਸੀ ਉਹਨਾਂ ਮਾਸੂਮਾਂ ਦੀ? एक दी 12 साल दी दीदी, एक तो 6 साल दे जी। दोनों ਦੇ मतलब ਇਕੱਠੇ ਬਹੁਤ ਪ੍ਰੇਮ ਪਿਆਰ ਦਾ ਉਹਨਾਂ ਦਾ, ਦੋਨਾਂ ਦਾ ਬਹੁਤ ਇਕੱਠੇ ਹੀ ਰਹਿੰਦੇ। 22 ਤਰੀਕ ਦੀ ਗੱਲ ਹੈ ਜੀ। मतलब 8:30 ਵਜੇ ਗਏ ਆ 7ਵੇਂ ਮਹੀਨੇ ਦੀ, मतलब ਪੌਣੇ 2 ਸਾਲ ਹੋ ਗਏ ਜੀ ਉਹਨਾਂ ਨੂੰ ਜੀ। ਪਰ ਮੈਂ ਜਦ ਤੱਕ मतलब ਮੈਨੂੰ ਲੱਗੇ ਤਾਂ ਮੇਰੇ ਗੈਲੇ ਫਿਰ ਰਹੀ ਜੀ, ਮੇਰੇ ਗੈਲੇ ਜਿੱਥੇ ਵੀ ਜਾਣਾ ਮੈਨੂੰ ਇਹੀ ਤਾਂ ਵੀ ਮੇਰੇ ਗੈਲ ਹੈ ਜੀ।
ਮੈਨੂੰ ਤਾਂ ਇਹੀ ਉਮੀਦ ਤੀ ਜੀ ਵੀ ਚਲੋ ਆ ਜਾਣਗੇ ਫਿਰ ਬੱਚੇ ਜੀ। ਪਰ ਅੱਜ ਜਦ ਇਹ ਸੁਣਿਆ ਇਹ ਵੀ ਇਹ ਘਟਨਾ ਕਰ ਗਈ, ਮਾਂ ਇਹ ਖੁਦ ਕਰ ਗਈ, ਮਤਲਬ ਇੱਕ ਦਿਲ 'ਚ ਜੋ ਆਸ ਤੇ ਉਹ ਜਮੀ ਟੁੱਟ ਗਈ ਜੀ। ਤੁਹਾਨੂੰ ਕਦੇ ਕੋਈ ਸ਼ੱਕ ਜਾਂ ਕਦੇ ਮਨ ਦੇ ਵਿੱਚ ਅਜਿਹਾ ਖਿਆਲ ਕਿ ਖੁਦ ਮਾਂ ਹੀ ਅਜਿਹਾ ਕੰਮ ਕਰ ਸਕਦੀ ਆ, ਕਦੇ ਮਨ ਦੇ ਵਿੱਚ ਆਇਆ ਬੱਚਿਆਂ ਦੇ ਲਾਪਤਾ ਹੋਣ ਤੋਂ ਬਾਅਦ? ਨਹੀਂ, ਕੁਛ ਨਹੀਂ ਆਇਆ ਜੀ ਮੈਨੂੰ, ਕਿਉਂਕਿ ਮੈਨੂੰ ਕਹਿੰਦੀ ਰਹਿੰਦੀ ਸੀ ਵੀ ਮੈਂ ਮਾਰਾਂਗੀ ਬੱਚੇ ਨੂੰ। ਮੈਂ ਕਈ ਵਾਰ ਪੁੱਛਿਆ ਵੀ ਮਤਲਬ ਸਾਰੇ ਬਾਹਰਲੇ ਵੀ ਕਹਿੰਦੇ ਮਿੱਤਰੀ ਮਾਂ ਆ ਤੁਸੀਂ ਮਾਰਿਆ, ਲੇਕਿਨ ਕਦੀ ਚਲੋ ਆਪਣੇ ਆਪ ਨੂੰ ਵੀ ਲੱਗੇ ਤਾਂ ਵੀ ਬੱਚਿਆਂ ਨੂੰ ਵੀ ਇੱਕ ਇੰਨਾ ਪਿਆਰ ਕਰਨ ਵਾਲੀ ਵੀ ਮਤਲਬ 9 ਮਹੀਨੇ ਪੇਟ 'ਚ ਰੱਖਣ ਵਾਲੀ ਵੀ ਇਹੋ ਜਿਹਾ ਕੰਮ ਕਰੇਗੀ, ਕਦੀ ਆਪਣੇ ਆਪ ਨੂੰ ਕਿਸੇ ਨੂੰ ਨਹੀਂ ਹੁੰਦਾ ਵੀ ਹਾਂਜੀ। ਪਰ ਜਿਸ ਦਿਨ ਹੁਣ ਫੜੇ ਗਏ ਜੀ, ਉਸ ਦਿਨ ਖੁਦ ਮੇਰੇ ਸਾਹਮਣੇ ਮਤਲਬ ਬਿਠਾ ਕੇ ਉਹਨਾਂ ਨੇ ਕਿਹਾ ਵੀ ਹਾਂਜੀ ਹੁਣ ਦੱਸੋ ਵੀ ਹੈ ਮਾਂ ਜੀ। ਮੈਂ ਨਹੀਂ ਮੰਨਦਾ ਜੀ, ਮੈਂ ਕਿਹਾ। ਫਿਰ ਉਹਨਾਂ ਨੇ ਕਬੂਲ ਕਰਿਆ ਵੀ ਹਾਂਜੀ ਬਲਜੀਤ ਨੇ ਕਿਹਾ ਜੀ, ਮੇਰੀ ਮਾਸੀ ਦਾ ਲੜਕਾ ਜੋ ਵੀ ਮੈਂ ਲੈ ਗਿਆ ਜੀ, ਇਸਨੇ ਭੇਜੇ ਜੀ ਬੱਚੇ ਵੀ ਉੱਥੇ ਜਾ ਕੇ ਮੈਂ ਗੇਰੇ ਜੀ ਬੱਚੇ ਇਸ ਤਰ੍ਹਾਂ। ਤੇ ਜਿਹੜਾ ਤੁਹਾਡੀ ਸਖੀ ਮਾਸੀ ਦਾ ਲੜਕਾ ਸੀ ਉਸ ਤੇ ਤੁਹਾਡਾ ਕਦੇ ਕੋਈ ਲੜਾਈ ਝਗੜਾ ਹੋਇਆ ਹੋਵੇ ਜਾਂ ਕੋਈ ਉਸ ਤਰ੍ਹਾਂ ਦੀ ਗੱਲ ਹੋਈ ਹੋਵੇ ਤਾਂ ਜੋ ਇੱਥੇ ਤੱਕ ਉਹ ਪਹੁੰਚੇ ਨੇ? ਕਿਉਂਕਿ ਇੱਕ ਭਰਾ ਹੀ ਭਰਾ ਦਾ ਘਰ ਉਜਾੜਨ ਲੱਗਿਆ, ਜਦੋਂ ਸਭ ਤੋਂ ਵੱਡੀ ਗੱਲ ਇਹ ਆ ਕਿ ਆਪਣੇ ਹੀ ਖੁਦ ਭਾਬੀ ਤੇ ਅਜਿਹੀ ਨਜ਼ਰ ਰੱਖੀ ਤੇ ਅੱਗੇ ਜਿਹੜੀ ਭਾਬੀ ਆ ਉਹਨਾਂ ਨੇ ਵੀ ਅਜਿਹੀ ਹਰਕਤ ਨੂੰ ਅੰਜਾਮ ਦਿੱਤਾ ਘਟਨਾ ਨੂੰ, ਜਾਂ ਤੁਹਾਡੇ ਤੇ ਤੁਹਾਡੀ ਘਰਵਾਲੀ ਦੇ ਵਿਚਕਾਰ ਕੋਈ ਲੜਾਈ ਝਗੜਾ ਹੁੰਦਾ ਹੋਵੇ ਜਿਸ ਕਰਕੇ ਸ਼ਾਇਦ ਉਹਨਾਂ ਦਾ ਪ੍ਰੇਮ ਸੰਬੰਧ ਸ਼ੁਰੂ ਹੋਇਆ, ਉਹ ਕਹਾਣੀ ਕਿੱਦਾਂ ਸ਼ੁਰੂ ਹੋਈ ਉਹਨਾਂ ਦੀ? ਉਹਨਾਂ ਦੀ ਮਤਲਬ ਲੜਾਈ ਝਗੜਾ ਕੋਈ ਨਹੀਂ ਦਾ, ਕੋਈ ਕਮੀ ਨਹੀਂ ਦੀ। ਪਰਮਾਤਮਾ ਸਾਰਾ ਕੁਛ, ਮੈਂ 8-9 ਹਜ਼ਾਰ 'ਚ ਨੌਕਰੀ ਕਰਦਾ ਸੀ ਰਾਜਪੁਰੇ। ਚਲੋ ਜੀ ਆਪਣਾ ਮਕਾਨ ਤਾਂ ਕੋਈ ਕਿਰਾਏ ਦਾ ਮਕਾਨ ਦੀ ਦਾ, ਸਭ ਕੁਛ ਆਪਣਾ ਘਰ ਦਾ ਤਾ ਜੀ, ਕੋਈ ਇਹੋ ਜਿਹੀ ਹੈ ਹੀ ਨਹੀਂ ਤੀ ਜੀ। ਚਲੋ ਮੇਰੇ ਗੱਲ ਮਤਲਬ ਬੱਚੇ ਜਦ ਹੈ ਤੇ ਜੀ ਖਾਣ ਪੀਣ ਲੱਗ ਗਏ ਸੀ, ਮੇਰੇ ਘਰੇ ਆਉਂਦਾ ਸੀ। ਬਸ ਉਸ ਤੋਂ ਬਾਅਦ ਫਿਰ ਅਸੀਂ ਦੋਨੋਂ ਖਾਂਦੇ ਪੀਂਦੇ ਸੀ ਜੀ। ਮਤਲਬ ਇਹੋ ਜਿਹਾ ਕਦੀ ਸੋਚਿਆ ਨਹੀਂ ਦਾ ਵੀ ਮਤਲਬ ਇਹੋ ਜਿਹਾ ਹੋਏਗਾ ਵੀ ਮੇਰੇ ਨਾਲ ਇਹੋ ਜਿਹਾ ਕਰੇਗਾ ਜੀ ਉਹ। ਮਤਲਬ ਉਸ ਤੋਂ ਬਾਅਦ ਮੈਨੂੰ ਜਦ ਬੱਚੇ ਦੀ ਮੇਰੇ ਡੈਥ ਹੋ ਗਈ ਤੀ, ਫਿਰ ਮੈਨੂੰ ਲੋਕਾਂ ਨੇ ਕਿਹਾ ਕਿਉਂਕਿ ਘਰ ਤੋਂ ਚਲੀ ਗਈ ਸੀ ਇਹ ਮੇਰੇ ਵੀ ਉਹ ਉਸਕੇ ਗੱਲ ਉਹ ਸੰਬੰਧ ਹੈ ਜੀ। ਫਿਰ ਮੈਨੂੰ ਫੋਨ ਕਰਿਆ ਮੈਂ ਇਸ ਤਰ੍ਹਾਂ ਵੀ ਕਹ ਰਹੀ ਨਹੀਂ ਮੇਰੇ ਕੋਈ ਕਿਸੇ ਗੱਲ। ਇਹ ਲਾਸ਼ਾਂ ਮਿਲਣ ਤੋਂ ਬਾਅਦ ਬੱਚਿਆਂ ਦੀਆਂ ਉਦੋਂ ਗਏ ਨੇ ਜਾਂ ਫਿਰ ਲਾਪਤਾ ਹੋਣ ਤੋਂ ਬਾਅਦ ਹੀ ਚਲੇ ਗਏ ਸੀ? ਜਦ ਮੇਰੇ ਬੱਚੇ ਲਾਪਤਾ ਹੋਏ ਆ ਉसी ਦਿਨ ਮੇਰੇ ਮਾਮਾ ਸਹੁਰੇ ਜੀ ਨੇ ਕਿਹਾ ਵੀ ਮਤਲਬ ਇਹ ਗਲਤ ਹੈ ਮੁੰਡਾ ਵੀ ਇਹਨੂੰ ਨਾ ਇੱਥੋਂ ਬਾੜੋ। ਉਹਨਾਂ ਨੇ ਕਹਿ ਦਿੱਤਾ ਵੀ ਤੂੰ ਇੱਥੇ ਜਾ ਵੀ ਉਰੇ ਨਾ ਆਈ ਨਾ। ਮਤਲਬ ਉਹਦੇ ਘਰ ਦੇ ਵੀ ਆਏ, ਕੋਈ ਵੀ ਨਹੀਂ ਆਏ ਜੀ ਉਹਦੇ। ਮੈਂ ਵਿੱਚ ਨੂੰ ਵੀ ਗਿਆ ਵੀ ਮੇਰੇ ਨਾਲ ਇੱਥੋਂ ਪਾਈ ਵੀ ਉਹਨਾਂ ਨੇ ਕਰੀ ਹੈ 1-2 ਵਾਰ ਜੀ, ਇਹਦੇ ਘਰਦਿਆਂ ਨੇ ਸਮਕਾ। ਮੈਂ ਸਮਝਾਉਣ ਜਾਏਦਾ ਵੀ ਮੈਨੂੰ ਇਹ ਵੀ ਗਲਤ ਹੈ ਵੀ ਮੈਨੂੰ ਪਤਾ ਲੱਗਿਆ। ਯਾਨੀ ਕਿ ਇਹ ਗੱਲ ਜਿਹੜੀ ਆ ਤੁਹਾਡੇ ਮਾਸੀ ਦੇ ਮੁੰਡੇ ਵਾਲੀ ਗੱਲ ਉਹਨਾਂ ਦੇ ਪਰਿਵਾਰ ਨੂੰ ਵੀ ਪਤਾ ਸੀ, ਤੁਹਾਡੀ ਮਾਸੀ ਨੂੰ ਜਾਂ ਮਾਸੜ ਨੂੰ ਵੀ ਪਤਾ ਸੀ? ਸਭ ਪਤਾ ਜੀ। ਮੈਂ ਸਰਪੰਚ ਨੂੰ ਪਿੰਡ ਕੇ ਫੋਨ ਕਰੇ ਦਾ ਜੀ, ਮੈਨੂੰ ਸਮਝਾ ਲਿਓ ਨਹੀਂ। ਮੇਰਾ ਤਾਂ ਕੁਛ ਰਿਹਾ ਨਹੀਂ, ਦੇਖੋ ਮੇਰੇ ਬੱਚੇ ਨਹੀਂ, ਪਰ ਮੈਂ ਮਾਰ ਦਾਂਗਾ ਇਹਨੂੰ ਵੀ ਮੈਨੂੰ ਮਤਲਬ ਮੇਰੇ ਘਰ। ਉਹਨਾਂ ਦੇ ਵੱਲੋਂ ਕਦੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਆਪਣਾ ਹੀ ਘਰ ਤੁਸੀਂ ਬਰਬਾਦ ਕਰ ਰਹੇ ਹੋ? ਉਹਨਾਂ ਦੇ ਪਤਾ ਨਹੀਂ ਕਿਆ ਮਨ 'ਚ ਜੀ ਕਿਆ ਨਹੀਂ ਜੀ, ਉਹਨਾਂ ਦੇ ਕਿਆ ਮੈਨੂੰ ਪਤਾ ਨਹੀਂ ਲੱਗਿਆ ਜੀ। ਸਮਕਾ ਮੈਨੂੰ ਫੋਨ ਤੇ ਵੀ ਇੱਕ ਵਾਰ ਨੇ ਧਮਕੀ ਦਈ ਹੈ ਜੀ ਵੀ ਤੂੰ ਮਾਤੇ ਪਰਾਂ ਰਹਿ। ਫਿਰ ਮੇਰਾ ਮਨ ਟੁੱਟ ਗਿਆ। ਮੈਂ ਘਰ ਵਾਲੀ ਨੂੰ ਪੁੱਛਿਆ ਮੈਂ ਕੋਈ ਮਤਲਬ, ਪਰ ਘਰ ਵਾਲੀ ਮੈਂ ਮੇਰਾ ਇੰਨਾ ਪਿਆਰ ਦਾ ਜੀ, ਬੱਚਿਆਂ ਦੇ ਵੀ ਜ਼ਿਆਦਾ ਮੇਰਾ ਪਿਆਰ ਘਰ ਵਾਲੀ ਮਾਤਾ ਮੈਂ ਦੋਨੋਂ। ਚਲੋ ਆਪਾਂ ਪਰਮਾਤਮਾ ਜੋ ਆਪਣੀ ਗੱਲ ਕਰਦਾ ਠੀਕ, ਆਪਾਂ ਫਿਰ ਘਰ ਬਸਾਵਾਂਗੇ। ਮੈਨੂੰ ਪਤਾ ਤੇਰੇ ਨਾਲ ਉਹਦੇ ਹੈ ਆ, ਪਰ ਫਿਰ ਵੀ ਨਹੀਂ ਮੈਂ। ਜਿਹੜੇ ਪ੍ਰੇਮ ਸੰਬੰਧ ਸੀ ਦੀਦਾਰ ਜੀ, ਇਹ ਤੁਹਾਡੇ ਜਿਹੜੇ ਵਿਆਹ ਤੋਂ ਪਹਿਲਾਂ ਹੀ ਸੀ ਤੁਹਾਡੀ ਪਤਨੀ ਦੇ ਉਹਨਾਂ ਦੇ ਨਾਲ? ਕਿਉਂਕਿ ਇਹ ਹੁੰਦਾ ਕਿ ਕਾਲਜ ਟਾਈਮ ਤੋਂ ਪੜ੍ਹਦੇ ਹੁੰਦੇ ਆ, ਕਿਤੇ ਕਈ ਵਾਰੀ ਐਂ ਹੁੰਦਾ ਵੀ ਵਿਆਹ ਕਿਤੇ ਹੋਰ ਹੋ ਜਾਂਦਾ, ਉਸ ਤੋਂ ਬਾਅਦ ਵੀ ਅਜਿਹੇ ਜਿਹੜੇ ਕੰਮ ਚੱਲਦੇ ਰਹਿੰਦੇ ਨੇ, ਅਜਿਹਾ ਕੁਛ ਸੀ ਜਾਂ ਫਿਰ ਵਿਆਹ ਤੋਂ ਬਾਅਦ ਹੀ ਜਿਹੜੀ ਇਹ ਪ੍ਰੇਮ ਕਹਾਣੀ ਸ਼ੁਰੂ ਹੋਈ ਸੀ? ਨਹੀਂ ਜੀ ਨਹੀਂ, ਉਹ ਤਾਂ ਵਿਆਹ ਨੂੰ ਤਾਂ ਮੇਰੇ ਛੋਟ ਜਗਦਾ ਜੀ, ਮੇਰੀ 42 ਸਾਲ ਦੀ ਉਮਰ ਹੋ ਗਈ ਜੀ। ਮਤਲਬ ਵਿਆਹ ਨੂੰ ਤਾਂ ਛੋਟਾ ਬੱਚਾ ਦਾ ਜੀ, ਪਰ ਕਹਿੰਦੇ ਨਹੀਂ ਜਦ ਮਾੜੇ ਕਿਸ ਕਰਮ ਮੇਰੇ ਦੇ ਆ ਉਹਦੇ ਦੇ ਮੇਰੇ ਘਰ ਵਾਲੇ ਬੱਚਿਆਂ ਦੇ ਕਿਸ ਤਰ੍ਹਾਂ ਲਿੰਕ ਹੋ ਗਏ। ਇਹ ਬਾਹਰ ਜਾ ਕੇ ਆਇਆ ਸਮਕਾ ਫੌਜ 'ਚ ਤੀ, ਇਹ ਫੌਜ ਨੇ ਆਪਣਾ 7-8 ਮਹੀਨੇ ਲਾਏ। 2 ਨੰਬਰ 'ਚ ਗਿਆ ਦੀ ਫੌਜ 'ਚ, ਉੱਥੋਂ ਇਹ ਭੱਜਿਆ ਹੈ ਜੀ ਫੌਜ 'ਚ। ਉਹਨਾਂ ਨੇ ਮਤਲਬ ਇੱਥੇ ਚੌਂਕੀ 'ਚ ਰਬਟ ਰੂਟ ਦੀ। ਉਸ ਤੋਂ ਬਾਅਦ ਫਿਰ ਇਹ ਬਾਹਰ ਚਲੇ ਗਿਆ ਜੀ ਦੁਬਈ, 2 ਸਾਲ ਉੱਥੇ ਲਾ ਕੇ ਆਇਆ ਜੀ। ਫਿਰ ਉਸ ਤੋਂ ਬਾਅਦ ਆਇਆ ਜਦ ਇਹ ਮੇਰੇ ਘਰ ਆਉਣ ਲੱਗ ਗਿਆ, ਖਾਣ ਪੀਣ ਅਸੀਂ ਲੱਗ ਗਏ ਇਕੱਠੇ ਹੀ। मतलब इसकी उम्र तो कुछ भी नहीं हैगी अजय, इसकी उम्र मतलब 23-24 साल है, 25 साल का इस तरह कुछ है ही है। मतलब ब्याह तो पहला का कोई वो नहीं था जी, इसने सोची भी नहीं थी ब्याह तो मेरे। मैं फोटोआं पईयां जी मेरियां सारियां, मेरे मंगने दी सब फोटोआं पईयां जी मेरे पास है। पर पता नहीं क्या परमात्मा ने मेरे नाल इहो जिहा लिखिया सी, मेरी इहो जी माड़ी किस्मत थी। बच्चे तो चले गए, घर वाली भी देखो एक घर वाली का ही मैनू सहारा था भी चलो कोई नहीं, क्योंकि मेरे एक हार्ट की मैं मरीज है जी, मेरी दवाई चल रही है जी हार्ट की। मैनू ये भी चलो घर वाली
टाइम पास ਆਪਾਂ ਦੋਨਾਂ ਕਰ लेंगे, कोई बात नहीं, कमाई जाएंगे दोनों मियाँ बीबी रह गए, परमात्मा चलो देगा ही ਆਪਾਂ ਨੂੰ, ਕਿਉਂਕਿ ਆਪਾਂ ਕਿਸੇ ਦਾ ਮਾੜਾ ਨਹੀਂ ਕਰਿਆ, ਮੈਂ ਅੱਜ ਤੱਕ ਕਿਸੇ ਦਾ ਮਾੜਾ ਨਹੀਂ ਕਰਿਆ ਜੀ। ਮੈਂ ਚਲੋ परमात्मा ਫਿਰ ਆਪਾਂ ਨੂੰ ਖੁਸ਼ੀਆਂ ਬਖਸ਼ੇਗਾ। ਜਦੋਂ ਪਹਿਲੀ ਘਟਨਾ ਹੋਈ ਸੀ, ਇਹ ਬੱਚੇ ਲਾਪਤਾ ਹੋਏ ਸੀ, ਉਦੋਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਤੁਹਾਡੇ ਬੱਚੇ ਲਾਪਤਾ? ਕਿਉਂਕਿ ਜਿਹੜੀ ਸੁਣਨੇ ਦੇ ਵਿੱਚ ਆਈਆਂ ਨੇ ਕਿ ਤੁਹਾਡੀ ਪਤਨੀ ਨੇ ਹੀ ਇਹ ਅਫਵਾਹ ਫੈਲਾਈ ਸੀ ਕਿ ਬੱਚੇ ਨਹੀਂ ਮਿਲ ਰਹੇ। ਉਸ ਤੋਂ ਬਾਅਦ ਜਿਹੜੀ ਆ ਗੱਲਬਾਤ ਅੱਗੇ ਵਧੀ ਆ, ਫਿਰ ਪਿੰਡ ਦੇ ਵਿੱਚ ਲੱਭਣਾ ਸ਼ੁਰੂ ਹੋਇਆ। ਉਸ ਤੋਂ ਬਾਅਦ ਤੁਸੀਂ ਜਿਹੜੀ ਆ ਚੰਡੀਗੜ੍ਹ ਹਾਈਵੇ ਜਿਹੜਾ ਰਾਜਪੁਰਾ ਜਿਹੜਾ ਬੰਦ ਵੀ ਕੀਤਾ ਸੀ। ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੇ ਬੱਚੇ ਲਾਪਤਾ? ਕਿਸ ਨੇ ਤੁਹਾਨੂੰ ਜਿਹੜੀ ਖਬਰ ਦਿੱਤੀ ਸੀ ਸਭ ਤੋਂ ਪਹਿਲਾਂ? ਇਹ 8:30 ਵਜੇ ਦੀ ਗੱਲ ਹੈ ਜੀ। ਮੈਂ ਰਾਜਪੁਰੇ ਬੈਠੇ ਸੀ, ਸਮਕਾ ਯਾਰ ਦੋਸਤ ਨੇ, ਮੈਂ ਪੈਗ ਪੁੱਗ ਲਾ ਲੈਂਦਾ ਸੀ ਤੇ ਮੈਨੂੰ ਟੈਨਸ਼ਨ ਰਹਿੰਦੀ ਸੀ, ਮੇਰੇ ਹਾਰਟ ਦਾ ਮਰੀਜ਼ ਹੈ ਜਿਸ ਤਰ੍ਹਾਂ। ਉੱਥੋਂ ਮੈਨੂੰ ਫੋਨ ਆਇਆ ਘਰ ਦੇ, ਕਹਿੰਦੇ ਠੰਡਾ ਮੰਗ ਰਹੇ। ਮੈਂ ਕੋਈ ਬਾਤ ਨਹੀਂ, ਠੰਡਾ ਵੀ ਮੈਂ ਲਿਆ ਕੇ ਦੇਂਗਾ, ਕਿਸੇ ਭੇਜੀ ਨਾ। ਮੈਂ ਆ ਗਿਆ ਉੱਥੇ, ਠੰਡਾ ਲਿਆ ਮੈਂ, ਸਮਕਾ ਪਰੌਂਠੇ ਪੈਕ ਕਰਾਏ, ਮੇਰੇ ਬੱਚੇ ਪਰੌਂਠੇ ਖਾਂਦੇ ਸੀ। ਅੰਬੀਆਂ ਲਈਆਂ ਜੀ ਮੈਂ 2 ਕਿਲੋ, ਅੰਬੀਆਂ ਬਹੁਤ ਖਾਂਦੇ ਸੀ। ਮੈਂ ਘਰ ਆਇਆ, ਮੈਂ ਬੱਚੇ ਕਿੱਥੇ ਆ? ਕਹਿੰਦੇ ਠੰਡਾ ਲੈਣ ਗਏ ਨੇ, ਉਰੀ ਆ ਰਹੇ ਆ। ਮੈਂ ਚਲੋ ਕੋਈ ਨਹੀਂ। ਮੈਂ 5 ਮਿੰਟ ਪਾਣੀ ਪੀਆ, ਮੈਂ ਹਾਂ ਹਜੇ ਤੱਕ ਨਹੀਂ ਆਏ, ਕਦ ਕੇ ਗਏ ਮੈਂ? ਕਰੇ ਵੀ ਕਦੀ ਕੇ ਗਏ ਮੈਂ? ਮੈਂ ਵੀ ਚੱਲ ਫਿਰ ਮੈਂ ਕਿੱਥਾ ਬੈਠ, ਮੇਰੇ ਗੱਲ ਕਿੱਥਾ ਗਏ ਆ। ਮਤਲਬ ਮੈਂ ਸਾਰਾ ਦੇਖਿਆ। ਫਿਰ ਗੁਰਦੁਆਰੇ ਮੈਂ ਗਿਆ, ਗੁਰਦੁਆਰੇ ਬਾਬਾ ਜੀ ਨੂੰ ਕਿਹਾ, ਬਾਬਾ ਜੀ ਲੌਸਮੈਂਟ ਕਰੋ। ਉਹ ਕਹਿ ਰਿਹਾ ਕਿਸੇ ਘਰ ਬੈਠੇ ਹੋਣੇ ਵੀ ਆ ਜਾਏ, ਕੋਈ ਨਹੀਂ। ਮੈਂ ਬਾਬਾ ਜੀ ਪਤਾ ਨਹੀਂ ਲੱਗ ਰਿਹਾ ਵੀ ਉਹਨਾਂ ਨੇ ਜਦ ਹੀ ਲੌਸਮੈਂਟ ਕਰੀ, ਲੌਸਮੈਂਟ ਤੋਂ ਪਿੰਡ ਬਾਹਰ ਆ ਗਿਆ ਜੀ, ਵੀ ਕਿਸੇ ਘਰ ਬੈਠ ਕੇ ਉਹਨੇ ਸੋ ਗਏ ਹੋਣੇ ਜੀ ਬੱਚਿਆਂ ਦਾ। 22 ਜੁਲਾਈ ਦੀ ਘਟਨਾ ਦੀ ਗੱਲ ਕਰ ਰਹੇ 22 ਜੁਲਾਈ ਦੀ, ਹਾਂਜੀ। ਮੈਂ ਕਿਹਾ ਜੀ ਚਲੋ ਉਰੇ ਬੈਠ ਕੇ ਹੋਣੇ, ਪਰ ਆਏ ਨਹੀਂ ਹੈਗੇ। ਜਦ ਪਿੰਡ ਵਾਲੇ ਚੌਂਕੀ ਚਲੇ ਗਏ ਜੀ, ਉੱਥੋਂ ਰਾਬਟ ਰੂਬਟ ਲਿਖਾਈ ਚੌਂਕੀ 'ਚ। ਫਿਰ ਮੈਨੂੰ ਪਤਾ ਨਹੀਂ ਲੱਗਿਆ ਮੇਰੇ ਗੱਲ ਕਿਆ ਹੋਇਆ ਜੀ, ਕਿੱਥੇ ਮੈਨੂੰ ਲੈ ਰਹੇ ਹੈ, ਕਿੱਥੇ ਨਹੀਂ, ਮੈਨੂੰ ਕੁਝ ਨਹੀਂ ਪਤਾ। ਉਸ ਤੋਂ ਬਾਅਦ ਜਿਹੜੀ ਪਹਿਲੀ ਇਹ ਘਟਨਾ ਵਾਪਰੀ ਆ, ਪਹਿਲੇ ਦਿਨ ਬੱਚੇ ਲਾਪਤਾ ਹੋਏ ਸੀ, ਉਸ ਤੋਂ ਬਾਅਦ ਤੁਹਾਡੀ ਜਿਹੜੀ ਪਤਨੀ ਸੀ ਉਹਦਾ ਰਵੱਈਆ ਤੁਹਾਡੇ ਨਾਲ ਕਿਸ ਤਰ੍ਹਾਂ ਸੀ? ਕੋਈ ਬਦਲਿਆ ਹੋਇਆ ਨਜ਼ਰ ਆਇਆ ਤੁਹਾਨੂੰ ਕਿ ਕੋਈ ਸ਼ੱਕ ਦੀ ਜਿਹੜੀ ਆ ਸੂਈ ਘੁੰਮ ਸਕੇ, ਜਾਂ ਕਿਸ ਤਰ੍ਹਾਂ ਪਹਿਲਾਂ ਦੇ ਵਾਂਗ ਨੋਰਮਲ ਹੀ ਤੁਹਾਡੇ ਨਾਲ ਜਿਹੜੀ ਜੀਵਨ ਬਤੀਤ ਕਰ ਰਹੇ ਸੀ ਉਹ? ਮਤਲਬ ਕੋਈ ਸ਼ੱਕ ਤਾਂ ਹੈ ਹੀ ਨਹੀਂ ਤਾਂ ਜੀ, ਕਿਉਂਕਿ ਇਹੋ ਜਿਹੇ ਤਰੀਕੇ ਗੱਲ ਮੈਨੂੰ ਮਿਲੇ ਦੀ ਵੀ ਕੋਈ ਹੋਏ ਨਹੀਂ ਤਾਂ ਜੀ ਵੀ ਹਾਂਜੀ ਇਹ ਮਤਲਬ ਇਹੋ ਜਿਹੀ ਹੋਏਗੀ ਮਾਂ। ਕਦੀ ਆਪਾਂ ਵੀ ਦੇਖਦੇ ਰਹਿੰਦੇ ਹਾਂ ਵੀ ਮਾਂ ਇਹੋ ਜਿਹਾ ਕਦੀ ਕੰਮ ਨਹੀਂ ਕਰ ਸਕਦੀ। ਮੈਂ ਪੁੱਛਦਾ ਰਹਿੰਦਾ ਸੀ ਮਾਂ ਵੀ ਕੋਈ ਤੇਰਾ ਉਸਕੀ ਗੱਲ ਕੋਈ ਲੈਣਾ ਦੇਣਾ ਮੈਨੂੰ ਪਤਾ। ਕਿਉਂਕਿ ਤੁਹਾਡੇ ਜਿਹੜੇ ਦਾਦਾ ਜੀ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਜਿਹੜੇ ਸਾਡੀ ਨੂੰਹ ਦੇ ਜਿਹੜੇ ਨੇ ਚਾਲ ਚੱਲਣ ਠੀਕ ਨਹੀਂ ਸੀ, ਕਿ ਸਾਨੂੰ ਪਹਿਲਾਂ ਤੋਂ ਹੀ ਸ਼ੱਕ ਸੀ। ਨਹੀਂ ਉਹ ਤਾਂ ਮੈਨੂੰ ਤਾਂ ਮੇਰੇ ਮਨ ਨੂੰ, ਕਿਉਂਕਿ ਉਹ ਘਰ ਰਹਿੰਦੇ ਸੀ, ਵੀ ਉਹ ਆਉਂਦਾ ਸੀ ਬਲਜੀਤ, ਮੈਨੂੰ ਦੱਸਿਆ ਵੀ ਹੈ। ਫਿਰ ਉਹਨਾਂ ਨੇ ਇਹੋ ਜਿਹੀ ਗੱਲ ਕਰੀ, ਮੈਂ ਚਲੋ ਕੋਈ ਬਾਤ ਨਹੀਂ, ਵੀ ਕੋਈ ਨਹੀਂ, ਵੀ ਇਹੋ ਜਿਹਾ ਹੋ ਨਹੀਂ ਸਕਦਾ। ਉਸ ਤੋਂ ਬਾਅਦ ਫਿਰ ਮਤਲਬ ਮੈਨੂੰ ਜਦੋਂ ਬੱਚੇ ਡੈਥ ਹੋਈ ਹੈ ਜੀ ਮੇਰੇ, ਉਹ ਮਤਲਬ ਆਏ ਨਹੀਂ ਹੈਗਾ ਜੀ ਭੋਗ 'ਤੇ। ਫਿਰ ਘਰਾਂ ਮਤਲਬ ਗਿਆ ਹੀ ਨਹੀਂ, ਸ਼ੱਕ ਹੋਇਆ। ਜਿਸ ਤਰ੍ਹਾਂ ਮੇਰੇ ਮਾਮਾ ਕਹਿੰਦਾ ਸੀ, ਮੇਰੇ ਘਰ ਦੇ ਕਹਿੰਦੇ ਸੀ ਵੀ ਮਤਲਬ ਮੈਨੂੰ ਇਸ 'ਤੇ ਸ਼ੱਕ ਲੱਗਦਾ। ਮੈਂ ਕਿਹਾ ਜੀ ਚਲੋ ਜੋ ਮਰਜ਼ੀ। ਫਿਰ ਇੱਥੇ SSP ਕੋਲ ਅਸੀਂ ਆਏ ਅਤੇ ਉਹ ਕਰੇ ਵੀ, ਉਹ ਕਹਿਣ ਲੱਗੇ ਵੀ ਇਹਨਾਂ ਦਾ ਲਾਈਫ ਟੈਸਟ ਦੋਨਾਂ ਹੋਏਗਾ ਵੀ ਦਿੱਲੀ। ਮੈਂ ਕਿਹਾ ਜੀ ਕਰਾ ਲਿਓ, ਕੋਈ ਨਹੀਂ। ਮਾਂ ਜੀ ਮੇਰਾ ਵੀ ਕਰ ਦਿਓ ਗੈਲੇ, ਵੀ ਮੈਂ ਵੀ ਹੋ ਸਕਾਂ ਜੀ। ਇੱਕ ਮੈਂ ਆਪਣੇ ਘਰ ਵਾਲੀ ਦੇ ਇਲਜ਼ਾਮ ਲਾ ਰਿਹਾ ਜੀ, ਚਲੋ ਉਹ ਕਹ ਰਹੇ ਵੀ ਨਹੀਂ ਵੀ ਇਹਨਾਂ ਦੋਨਾਂ ਦਾ ਕਰਾ ਕੇ ਦੇਖਦੇ ਹਾਂ, ਫਿਰ ਵੀ ਤੁਹਾਡਾ ਵੀ ਕਰਦੇ ਜੀ, ਕੋਈ ਬਾਤ ਨਹੀਂ। ਮਾਂ ਚਲੋ ਠੀਕ ਹੈ ਜੀ। ਉਸ ਤੋਂ ਬਾਅਦ ਦੂਏ ਦਿਨ ਕੋਰਟ 'ਚ ਲੈ ਗਏ ਜੀ ਇਹਨਾਂ ਨੂੰ, ਕੋਰਟ 'ਚ ਲੈ ਗਏ ਮੈਨੂੰ, ਕੋਰਟ 'ਚ ਘਰ ਆਏ, ਮੇਰੇ ਨਾਲ ਲੜਨ ਲੱਗ ਗਈ, ਤੂੰ ਮੇਰਾ ਲਾਈਫ ਉਹ ਕਰਿਆ, ਤੂੰ ਮਤਲਬ ਤੈਨੂੰ ਮੇਰੇ 'ਤੇ ਕਿਆ ਸ਼ੱਕ ਦਿਖਿਆ, ਮੈਂ ਗਲਤ ਹਾਂ ਜੀ, ਮੈਂ ਬੱਚਿਆਂ ਨੂੰ ਮਾਰਾਂਗੀ। ਮੈਂ ਕਿਹਾ ਜੀ ਕੋਈ ਬਾਤ नहीं, भी तो टेस्ट है, इसमें टेस्ट में तो सच झूठ का पता लग जाएगा, तू भी अपना हो जाएगी। क्योंकि मीडिया ने खबर मतलब फैला दी भी इसके आशिक इस तरह, मतलब इन्हें बड़ी महसूस करिया भी हाँ जी बस मैं एक मेरे उसनों बस बेइज्जती हो गई जी मेरी इस तरह। बस जद उस तो बाद फिर कहा मैं नहीं उत्थे रहिंदी, अपनी भैन कोल चली गई, उत्थे 6 महीने लै के आई, 7 महीने उत्थे मैं लिया मना के। मैं कहा चल कोई बात नहीं, भी मेरे घर मन नहीं लगता, क्योंकि मैं नींद नहीं आवी दी, एक गोली खान लग गया था जी, मैं नींद गई, 2 हो गई, 3 हो गई, टेंशन रही थी दिमाग पर। आ गई जी 15-20 दिन मेरे पास रही। उस तो बाद कहा मैं नहीं तेरे पर रहिंदी, चली गई, पता नहीं कित्थे चली गई, ना दस के गई जी। फिर साने खबर लवाई जी, फिर ये कहन लगी, कह रही मैं अंबरसर ते आई हाँ खबर, जद भी मैंने कहा भी बच्चों मारने वाली वही है जी भज गई उरे तो। फिर खबर लगन तो बाद ਜਿਹੜੇ ਫਿਰ ਤੁਹਾਡੇ ਕੋਲ ਵਾਪਸ ਆਈ, फिर वापस आ गई। ये कहा भी मैं किती नहीं गई थी, मैं तो अंबरसर रह रही थी। ਤੇ ਉਸ ਤੋਂ ਬਾਅਦ ਕਹਾ ਮੈਂ ਨਹੀਂ ਤੇਰੇ ਪਰ ਰਹਿੰਦੀ। ਫਿਰ ਤੁਸੀਂ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਸੀ, ਮੰਮੀ ਡੈਡੀ ਨਾਲ ਦੇ ਨਾਲ ਰਹਿੰਦੇ ਸੀ ਤੁਸੀਂ ਪਰਿਵਾਰ ਦੇ ਵਿੱਚ, ਜਾਂ ਅਲੱਗ ਰਹਿੰਦੇ ਸੀ ਤੁਸੀਂ ਪਰਿਵਾਰ ਤੋਂ? ਨਹੀਂ ਮੈਂ ਅਲੱਗ ਰਹਿੰਦਾ ਸੀ ਜੀ। ਮੇਰਾ ਮਤਲਬ ਭਰਾ ਨੀਚੇ ਰਹਿੰਦਾ ਜੀ, ਆਰਮੀ 'ਚ ਜੀ ਮੇਰਾ ਭਰਾ, ਮੈਂ ਉੱਪਰ ਚਵਾਰੇ 'ਚ ਰਹਿੰਦਾ ਸੀ। ਮਤਲਬ ਅਲੱਗ ਸੀ ਮੈਂ ਤਾਂ ਜੀ, ਕਿਉਂਕਿ ਮੇਰੇ ਵਿਆਹ ਨੂੰ ਵੀ ਕਾਫੀ ਸਾਲ ਹੋ ਗਏ ਜੀ, ਮੇਰੇ ਵਿਆਹ ਨੂੰ ਮੇਰੀ 42 ਸਾਲ ਦੀ ਉਮਰ ਹੋ ਗਈ ਜੀ। ਤੇ ਪਿੰਡ ਦੇ ਵਿੱਚ ਜਦੋਂ ਇਹ ਗੱਲ ਪਤਾ ਲੱਗੀ ਤਾਂ ਤੁਹਾਨੂੰ ਪਿੰਡ ਵਾਲਿਆਂ ਦਾ ਕਿਸ ਤਰ੍ਹਾਂ ਸਹਿਯੋਗ ਮਿਲਿਆ? ਹੋਰ ਨੇੜੇ ਤੇੜੇ ਰਾਜਪੁਰਾ ਦੇ ਵਿੱਚ
ਵਿਧਾਇਕ ਵੀ ਨੇ ਜਿਹੜੇ ਹੋਰ, ਤੁਹਾਨੂੰ ਕਿਸ ਤਰ੍ਹਾਂ ਪ੍ਰਸ਼ਾਸਨ ਦੇ ਵੱਲੋਂ ਤੁਹਾਡੀ ਕਿਸ ਤਰ੍ਹਾਂ ਦੀ ਜਿਹੜੀ ਮਦਦ ਕੀਤੀ ਗਈ ਆ? ਨਹੀਂ, ਬਹੁਤ ਮਦਦ ਕਰੀ ਮੇਰੇ ਪਿੰਡ ਵਾਲਿਆਂ ਨੇ, ਨੇੜੇ ਤੇੜੇ ਹੁਣ ਵੀ ਮਦਦ ਬਹੁਤ ਕਰ ਰਹੀਆਂ ਜੀ। ਉਦੋਂ ਕਹਿ ਰਹੇ ਫੋਨ ਆ ਰਹੇ ਵੀ ਕੋਈ ਬਾਤ ਨਹੀਂ, ਵੀ ਅਸੀਂ ਤੁਹਾਡੇ ਨਾਲ ਹੈ, ਜੋ ਤੁਸੀਂ ਕਰਨਾ ਕੋਈ ਬਾਤ ਨਹੀਂ। ਕਿਉਂਕਿ ਇੱਕ ਕਹਿੰਦੇ ਨਹੀਂ ਆਪਣੇ ਮਾਂ ਸ਼ਬਦ ਨੂੰ ਇੱਕ ਦਾਗ ਲੱਗ ਗਿਆ ਜੀ। ਇੱਕ ਪਤਾ ਲੱਗ ਜਾਏਗਾ ਕੱਲ੍ਹ ਨੂੰ ਬੰਦਾ ਹੋਰ ਕੋਈ ਇਸ ਤਰ੍ਹਾਂ ਨਾ ਕਰ ਸਕੇ। ਕੋਈ ਵੀ ਇਨਸਾਨ ਹੋਏਗਾ ਉਹ ਸੋਚੇ ਵੀ ਮੈਂ ਇਹ ਕਰਾਂ। ਮੈਂ ਤਾਂ ਇਹੀ ਮੰਗ ਕਰ ਰਿਹਾ ਵੀ ਕੋਈ ਫਾਂਸੀ ਤੋਂ ਸਜ਼ਾ ਉੱਪਰ ਹੈਗੀ ਹੈ ਜੀ, ਉਹ ਵੀ ਇਹਨਾਂ ਨੂੰ ਦੇਣੀ ਚਾਹੀਦੀ ਹੈ। ਕੱਲ੍ਹ ਨੂੰ ਇਹੋ ਜਿਹਾ ਕਦਮ ਕੋਈ ਨਾ ਚੱਕੇ ਜੀ। ਬਾਕੀ ਮੇਰੀ ਤਾਂ ਇਹੀ ਮੰਗ ਹੈ। ਮੈਂ ਤਾਂ ਸਾਰੇ ਮਤਲਬ ਉਸਦਾ ਧੰਨਵਾਦ ਕਰਦਾ। ਇੱਕ ਮੈਂ ਧੰਨਵਾਦ ਕਰਾਂਗਾ ਜੀ ਆਪਣੇ ਜਿਹੜੇ DSP ਹੁਣ ਆਏ ਨੇ, ਜਸਵਿੰਦਰ ਸਿੰਘ ਟਵਾਣਾ ਜੀ, ਇੱਕ ਕੁਲਵਿੰਦਰ ਸਿੰਘ SHO, ਕਿਉਂਕਿ ਜੋ ਇਹਨਾਂ ਨੇ ਕੇਸ ਸੋਲਵ ਕਰ ਦਿਆ ਜੀ, ਇਹਨਾਂ ਦਾ ਬਹੁਤ ਧੰਨਵਾਦ ਹੈ। ਬਾਕੀ ਚਲੋ MLA ਸਾਹਿਬ ਨੇ ਵੀ, ਆਪਾਂ ਉਹ ਨਹੀਂ ਕਹਿੰਦੇ, ਇਹਨਾਂ ਨੇ ਵੀ ਮੈਨੂੰ ਸਾਥ ਦਿਆ। ਹੁਣ ਵੀ ਸਮਝਾ ਮੈਨੂੰ ਪੈਸੇ ਦੇ ਕੇ ਦੇ 4000 ਰੁਪਏ, ਤੂੰ ਕਹਿ ਰਿਹਾ ਵੀ ਦਵਾਈ ਦੂਈ ਆਪਣੀ ਲੰਦਾ ਰਹਿੰਦੇਦਾਰ, ਤੂੰ ਕਾਇਮ ਹੋਏਗਾ ਤਾਂ ਕਾਇਮ ਤੇਰੇ ਕੋਲ ਅਸੀਂ ਖੜੇ ਹਾਂ। ਫਿਰ ਉਹਨਾਂ ਨੇ ਵੀ ਚਲੋ, ਬਾਕੀ ਮੈਂ ਤਾਂ ਇਹੀ ਮੰਗ ਕਰਾਂਗਾ ਜੀ, ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ। ਮਹਾਰਾਣੀ ਪ੍ਰਨੀਤ ਕੌਰ ਲੋਕ ਸਭਾ ਜਿਹੜੇ ਮੈਂਬਰ ਨੇ, ਉਹਨਾਂ ਦੇ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਸੀ ਕਿ ਸਰਕਾਰੀ ਨੌਕਰੀ ਜਿਹੜੀ ਦੇਵਾਂਗੇ ਤੁਹਾਨੂੰ, ਤੇ ਹੋਰ ਵੀ ਵਾਅਦੇ ਕੀਤੇ ਸੀ, ਉਹ ਵਾਅਦੇ ਪੂਰੇ ਹੋਏ? ਨਹੀਂ, ਹਜੇ ਤੱਕ ਕੋਈ ਵਾਅਦਾ ਨਹੀਂ ਪੂਰਾ ਹੋਇਆ ਜੀ। ਇਹਨਾਂ ਨੇ ਮਤਲਬ ਉੱਥੇ ਭੋਗ 'ਤੇ ਆਏ ਸੀ, ਉਹਨਾਂ ਨੇ ਵਾਅਦਾ ਕਰਿਆ ਤੇ ਵੀ ਇੱਕ ਮਤਲਬ ਗੇਟ ਬਣਾਇਆ ਜਾਏਗਾ ਯਾਦਗਿਰੀ ਵਿੱਚ, ਅਤੇ ਇੱਕ ਤੈਨੂੰ ਸਰਕਾਰੀ ਨੌਕਰੀ ਯੂਨੀਵਰਸਿਟੀ ਵੀ ਉੱਥੇ ਲਵਾਇਆ ਜਾਏਗਾ। ਚਲੋ ਉਸ ਤੋਂ ਬਾਅਦ ਮੇਰਾ ਮਨ ਵੀ ਨਹੀਂ ਤਾਂ ਵੀ ਮੈਂ ਕਿਆ ਕਰਾਂਗਾ ਸਰਕਾਰੀ ਨੌਕਰੀ ਲੈ ਕੇ, ਵੀ ਮੈਂ ਕਿਸ ਸਹਾਰਾ। ਫਿਰ ਮੈਨੂੰ ਮਤਲਬ ਘਰ ਵਾਲੀ ਕਹਿਣ ਲੱਗ ਗਈ ਸੀ ਵੀ ਚਲ ਕੋਈ ਬਾਤ ਨਹੀਂ, ਵੀ ਤੂੰ ਆਪਣਾ ਬੁਢਾਪੇ ਦਾ ਸਹਾਰਾ ਮਿਲ ਜਾਏਗਾ, ਵੀ ਜੇ ਤੈਨੂੰ ਦੇ ਰਹੇ ਆ ਇੱਕ ਬੱਚਿਆਂ ਦੇ ਤੌਰ 'ਤੇ ਹੀ ਲੈ ਲਾ। ਮੈਂ ਕਿਹਾ ਚਲੋ ਕੋਈ ਨਹੀਂ। ਫਿਰ ਅਸੀਂ MLA ਕੋਲ ਆਉਂਦੇ ਰਹਿੰਦੇ, ਗੇੜੇ ਮਾਰਦੇ ਰਹਿੰਦੇ ਇੱਥੇ। ਹੁਣ ਦੁਬਾਰੇ ਜਦੋਂ ਇਹ ਪਤਾ ਲੱਗਿਆ ਕਿ ਆਖਰ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਬੱਚਿਆਂ ਦੀ ਮਾਂ, ਉਸ ਤੋਂ ਬਾਅਦ ਪ੍ਰਨੀਤ ਕੌਰ ਜਾਂ ਹੋਰ ਕੋਈ ਤੁਹਾਡੇ ਕੋਲ ਜਿਹੜੇ ਵਿਧਾਇਕ ਨੇ, MLA ਸਾਹਿਬਾਨ, ਕੋਈ ਵੀ ਤੁਹਾਡੇ ਤੱਕ ਪਹੁੰਚੇ ਘਰੇ ਤੱਕ? ਹਾਂਜੀ, ਮੇਰੇ ਕੋਲ ਆਪਣਾ ਮਦਨ ਲਾਲ ਜਲਾਲਪੁਰ ਗਏ ਨੇ ਜੀ ਘਰ 2 ਵਾਰ। ਪ੍ਰਨੀਤ ਕੌਰ ਵੀ ਤੁਹਾਡੇ ਪਹੁੰਚੇ? ਨਹੀਂ ਜੀ, ਹਜੇ ਕੋਈ ਨਹੀਂ ਆਇਆ ਜੀ। ਮੈਂ ਹੀ ਫੋਨ ਕਰਿਆ ਤੇ ਮਦਨ ਲਾਲ ਜਲਾਲਪੁਰ ਨੂੰ ਵੀ ਅਸੀਂ ਧੰਨਵਾਦ ਕਰਨਾ ਚਾਹਾਂ ਸਰਕਾਰ ਦਾ। ਚਲੋ ਮੈਨੂੰ ਨੌਕਰੀ ਨਹੀਂ ਮਿਲੀ, ਨੌਕਰੀ ਮੈਂ ਪਰਮਾਤਮਾ, ਮੈਂ ਹੁਣ ਕਿਸ ਕੇ ਸਾਰਾ ਨੌਕਰੀ ਮੈਂ ਅੱਜ ਮਿਲੇਗੀ ਮੈਂ ਜਵਾਬ ਦੇ ਦਾਂਗਾ ਜੀ। ਮੈਂ ਲੈਣਾ ਵੀ ਨਹੀਂ ਚਾਹੁੰਦਾ ਜੀ ਨੌਕਰੀ, ਕਿਉਂਕਿ ਮੈਂ ਸਿਰਫ ਇੱਕ ਮੈਂ ਇਹੀ ਮੰਗ ਕਰਾਂਗਾ ਇਹਨਾਂ ਨੂੰ, ਚਲੋ ਮੈਨੂੰ ਨੌਕਰੀ ਨਹੀਂ, ਨਾ ਗੇਟ ਬਣਾਏ ਜੀ ਮੇਰੇ ਯਾਦਗਿਰੀ। ਕਿਉਂਕਿ ਇੱਕ ਮਨ ਨੂੰ ਹੋਏਗਾ, ਸਾਰੇ ਗੇਟ ਦੇਖ ਕੇ ਪਿੰਡਾਂ ਵਾਲੇ ਵੀ ਕਹੇ ਕਰੇਂਗੇ, ਇੱਕ ਮਤਲਬ ਯਾਦਗਿਰੀ ਜੀ ਹੋ ਜੇ ਕਰੇਗੀ ਬੱਚਿਆਂ ਦੀ ਵੀ, ਹਾਂ ਵੀ ਦੇਖੋ ਇਹ ਬੱਚਿਆਂ ਦਾ। ਕੋਈ ਵੀ ਮੇਰੇ ਮਾਂ ਬਾਪ ਲੰਘੇ ਕਰੇਂਗੇ ਗੇਟ ਨੂੰ ਦੇਖੇ ਕਰੇਂਗੇ। ਵੀ ਮੇਰੀ ਇਹੀ ਮੰਗ ਹੈ ਬਸ, ਜੋ ਮਤਲਬ ਗੇਟ ਦੇ ਪੈਸੇ ਨੇ ਇੱਕ ਕਿਸੇ ਗਰੀਬ ਸੰਸਥਾ ਨੂੰ ਦੇ ਦਿਓ ਜੀ, ਜਾਂ ਮਤਲਬ ਕਿਸੇ ਕੁਛ ਬੱਚਿਆਂ ਦਾ ਕੁਛ ਕੋਈ ਨਹੀਂ ਦੀਦਾਰ ਜੀ, ਦੇਖੋ ਤੁਹਾਡੇ ਹੌਸਲੇ ਦੇ ਨਾਲ ਹੀ ਜਿਹੜਾ ਅੱਜ ਜਿਹੜੇ ਕਾਤਲ ਨੇ ਉਹਨਾਂ ਨੂੰ ਜਿਹੜੇ ਫਾਂਸੀ ਦੀ ਸਜ਼ਾ ਮਿਲ ਸਕਦੀ ਆ। ਕਿਸ ਤਰ੍ਹਾਂ ਤੁਹਾਡੇ ਸਿਰਫ ਹੌਸਲੇ ਨੇ ਹੀ ਜਿਹੜਾ ਉਹਨਾਂ ਨੂੰ ਫਾਂਸੀ ਦੇ ਤਖਤੇ ਤੱਕ ਪਹੁੰਚਾਉਣਾ, ਕਿਉਂਕਿ ਜੇਕਰ ਤੁਸੀਂ ਅੱਜ ਹੌਸਲਾ ਹਾਰ ਜਾਂਦੇ ਤਾਂ ਸ਼ਾਇਦ ਅੱਜ ਇਹ ਚਿਹਰੇ ਵੀ ਜਿਹੜੇ ਬੇਨਕਾਬ ਨਾ ਹੁੰਦੇ। ਤੁਹਾਡੇ ਹੌਸਲੇ ਕਰਕੇ ਹੀ ਜਿਹੜੇ ਅੱਜ ਇੱਥੇ ਤੱਕ ਇਹ ਪਹੁੰਚੇ ਨੇ, ਚਿਹਰੇ ਜਿਹੜੇ ਬੇਨਕਾਬ ਹੋਏ ਨੇ। ਅਤੇ ਅੱਗੇ ਵੀ ਜਿਹੜੇ ਹੋਰ ਵੀ ਕੋਈ ਅਜਿਹੀ ਘਟਨਾ ਨੂੰ ਬਾਰੇ ਸੋਚਣਗੇ, ਉਹਨਾਂ ਨੂੰ ਵੀ ਤੁਹਾਡੇ ਹੌਸਲੇ ਦੇਖ ਕੇ ਸ਼ਾਇਦ ਸੋਚਣ ਤੋਂ ਗੁਰੇਜ਼ ਕਰਨਗੇ। ਤੁਸੀਂ ਹੌਸਲਾ ਜ਼ਰੂਰ ਰੱਖੋ, ਕਿਉਂਕਿ ਇਹ ਤੁਹਾਡੇ ਹੌਸਲੇ ਕਰਕੇ ਹੀ ਅੱਜ ਇੱਥੇ ਤੱਕ ਪਹੁੰਚੇ। ਇਹ ਗੱਲ ਘਟਨਾ ਜਿਹੜੀ ਪਰਦੇ ਜਿਹੜੇ ਫਾਸ ਹੋਏ ਨੇ ਉਹਨਾਂ ਦੇ ਕਾਤਲਾਂ ਦੇ, ਕਿ ਉਹ ਹੋ ਸਕਦਾ ਕਿ ਸ਼ਾਇਦ ਅੱਜ 2 ਬੱਚਿਆਂ ਨਾਲ ਅਜਿਹਾ ਹੋਇਆ, ਹੋ ਸਕਦਾ ਆਉਣ ਵਾਲੇ ਸਮੇਂ 'ਚ ਹੋਰ ਵੀ ਬੱਚਿਆਂ ਦੇ ਨਾਲ ਕਰ ਸਕਦੇ ਸੀ। ਕਿਉਂਕਿ ਇੱਕ ਪ੍ਰੇਮ ਹੁੰਦਾ, ਜਿਹੜਾ ਪ੍ਰੇਮ ਸੰਬੰਧ ਇਹੋ ਜਿਹੇ ਹੁੰਦੇ ਨੇ ਕਿ ਬੰਦਾ ਸਭ ਕੁਝ ਭੁੱਲ ਜਾਂਦਾ, ਅੰਨਾ ਹੋ ਜਾਂਦਾ ਇੱਕ ਇਸ਼ਕ ਦੇ ਵਿੱਚ, ਕਹਿੰਦੇ ਆ ਜਿਵੇਂ, ਕਿ ਉਹ ਪਤਾ ਨਹੀਂ ਕਿੰਨੇ ਕੁ ਹੋਰ ਬੱਚਿਆਂ ਦੀ ਜਿਹੜੀ ਆ ਅਜਿਹੀ ਸਥਿਤੀ ਹੁੰਦੀ, ਜਿਹੜੀ ਅੱਜ ਤੁਹਾਡੇ ਹੌਸਲਿਆਂ ਕਰਕੇ ਸ਼ਾਇਦ ਕਿੰਨੇ ਹੀ ਮਾਸੂਮ ਜਿਹੜੇ ਹੋਰ ਬਚ ਜਾਣਗੇ, ਕਿੰਨੇ ਹੀ ਘਰ ਬਰਬਾਦ ਹੋਣ ਤੋਂ ਬਚ ਜਾਣਗੇ। ਤੁਹਾਡਾ ਹੌਸਲਾ ਬਹੁਤ ਜ਼ਰੂਰੀ ਹੈ। ਇਹ ਨਹੀਂ, ਮੈਨੂੰ ਕੁਛ ਨਹੀਂ ਹੁੰਦਾ, ਮੇਰੇ ਬੱਚੇ ਮੇਰੇ ਨਾਲ ਨੇ, ਮੈਨੂੰ ਕੁਛ ਨਹੀਂ। ਜਦ ਤੱਕ ਮਤਲਬ ਬੱਚਿਆਂ ਦੇ ਸਜ਼ਾ ਨਹੀਂ ਮਿਲਦੀ ਇਹਨਾਂ ਦੇ ਕਾਤਲਾਂ ਨੂੰ, ਮੈਂ ਤਾਂ ਕਹਿ ਰਿਹਾ ਫਾਂਸੀ ਦੀ ਸਜ਼ਾ ਉੱਪਰ ਹੋਏ ਕੋਈ, ਉਹ ਵੀ ਦਿਖਾਓ। ਕੱਲ੍ਹ ਨੂੰ ਕੋਈ ਵੀ ਮਤਲਬ ਇਹ ਜੀ ਗੰਦੀ ਘਰਾਉਣੀ ਕੋਈ ਵੀ ਮਾਂ ਜਾਂ ਇੱਕ ਭਰਜਾਈ ਜਿਸ ਤਰ੍ਹਾਂ ਕਹਿ ਰਹੀ ਹੈ, ਕੋਈ ਵੀ ਕਰ ਸਕੇ, ਇਸ ਤਰ੍ਹਾਂ ਕੋਈ ਨਾ ਕਰ ਸਕੇ। ਬਸ ਮੇਰੀ ਇਹੀ ਮੰਗ ਹੈ ਜੀ। ਬਾਕੀ ਪੰਜਾਬ ਸਰਕਾਰ ਦਾ ਮੈਂ ਧੰਨਵਾਦ ਕਰਾਂ, ਮੈਂ ਮਾੜਾ ਨਹੀਂ ਕਹਿੰਦੇ ਕਿਸੇ ਨੂੰ ਵੀ। ਚਲੋ ਜੋ ਵੀ ਆਏ ਉੱਥੇ, ਨਾ ਮੈਂ ਕਿਸੇ ਮਤਲਬ ਅਕਾਲੀ ਦਲ ਨੂੰ ਕਹਾਂ, ਨਾ ਕਿਸੇ ਆਮ ਆਦਮੀ ਪਾਰਟੀ ਨੂੰ। ਪਰਮਾਤਮਾ ਸਾਰਿਆਂ ਨੂੰ ਉਹ ਕਰੇ ਵੀ ਇਹਨਾਂ ਨੇ ਸਾਰਿਆਂ ਨੇ ਸਾਥ ਦਿਆ। ਪਰ ਮੈਂ ਇਹੀ ਮੰਗ ਕਰ ਰਿਹਾ, ਇਹਨਾਂ ਨੇ ਜੋ ਮੰਗ ਕਰੀ ਤੀ ਵੀ ਹਾਂਜੀ ਗੇਟ ਬਣਾਵਾਂਗੇ, ਵੀ ਸਰਕਾਰੀ ਨੌਕਰੀ, ਮੈਂ ਸਰਕਾਰੀ ਨੌਕਰੀ ਨਹੀਂ ਮੰਗਦਾ, ਮੈਂ ਕੁਛ ਨਹੀਂ ਮੰਗਦਾ ਜੀ। ਨਾ ਯਾਦਗਿਰੀ 'ਚ ਗੇਟ ਬਣਾਇਓ, ਜੋ ਗੇਟ ਕੇ ਪੈਸੇ ਹੋਣਗੇ ਬਸ ਇੱਕ ਗਰੀਬ ਉਹਨਾਂ ਨੂੰ ਦੇ ਦਿਓ। ਮਤਲਬ ਕਿਸੇ ਦਾ ਜਿਹੜੇ ਮੁੰਡੇ ਉਰੇ ਆਪਣਾ
ਜਿਨ੍ਹਾਂ ਦੇ ਮਾਪੇ ਨਹੀਂ ਹੈਗੇ ਉਹਨਾਂ ਨੂੰ ਦੇ ਦਿਓ, ਕਿਉਂਕਿ ਉਹ ਵੀ ਵਿਚਾਰੇ ਦੁਆਵਾਂ ਦੇਵੇਂਗੇ ਮੇਰੇ ਬੱਚਿਆਂ ਨੂੰ ਵੀ ਇਹਨਾਂ ਦੀ ਜੁਨੀ ਠੀਕ ਰਹੇ। ਬਾਕੀ ਮੇਰੇ ਬੱਚੇ ਵਧੀਆ ਅਗਲੀ ਜੁਨੀ 'ਚ ਪਏ ਹੈ, ਠੀਕ ਹੈ ਜੀ, ਉਹਨਾਂ ਨੂੰ ਉੱਪਰ ਜਾ ਕੇ ਜ਼ਰੂਰ ਮਿਲਾਂਗਾ। ਪਰ ਉੱਪਰ ਜਾ ਕੇ ਮੈਂ ਇਹੀ ਸਵਾਲ ਕਰਾਂਗਾ ਪਰਮਾਤਮਾ ਨੂੰ ਵੀ ਜੇ ਬੱਚੇ ਇਸ ਤਰ੍ਹਾਂ ਮਾਰਨੇ ਆ ਤਾਂ ਬੱਚਾ ਕਿਸੇ ਨੂੰ ਨਾ ਦਿਓ ਜੀ। ਬਸ ਇੱਕ ਮਾਂ ਨੂੰ ਨਾ ਇਹੋ ਜਿਹੇ ਭੇਜੋ ਵੀ ਮਾਂ ਸ਼ਬਦ ਨੂੰ ਦਾਗ ਲਾਵੇ। ਮੇਰੇ ਤਾਂ ਇਹੀ ਮੰਗ ਹੈ ਜੀ। ਬਾਕੀ ਪ੍ਰਸ਼ਾਸਨ ਨੂੰ ਇਹੀ ਮੇਰੀ, ਮੈਂ ਬੱਚਿਆਂ ਨੂੰ ਮਿਲਾਂਗਾ ਪਰ ਪਰਮਾਤਮਾ ਨੂੰ ਜ਼ਰੂਰ ਕਹਾਂਗਾ। ਦੀਦਾਰ ਜੀ, ਅੱਛਾ ਤੁਹਾਡੀ ਉਹਨਾਂ ਨਾਲ ਗੱਲ ਹੋਈ, ਤੁਹਾਡੀ ਪਤਨੀ ਦੇ ਨਾਲ ਗੱਲਬਾਤ ਹੋਈ ਕੋਈ ਦੁਆਰੇ ਜਦੋਂ ਇਹ ਸਭ ਕੁਝ ਪਤਾ ਚੱਲ ਗਿਆ ਕਿ ਆਖਰ ਇਸ ਘਟਨਾ ਨੂੰ ਅੰਜਾਮ ਦੇਣ ਵਾਲੀ ਇੱਕ ਬੱਚੇ ਦੀ ਮਾਂ, ਉਸ ਤੋਂ ਬਾਅਦ ਤੁਹਾਡੀ ਕੋਈ ਆਮੋ ਸਾਹਮਣੇ ਕੋਈ ਉਹਨਾਂ ਦੇ ਨਾਲ ਗੱਲਬਾਤ ਹੋਈ ਕੋਈ? ਨਹੀਂ, ਮੇਰਾ ਮਨ ਨਹੀਂ ਕਰਿਆ ਜੀ ਮਿਲਣੇ ਨੂੰ ਜੀ। ਮੈਂ ਗਿਆ ਹੀ ਨਹੀਂ ਹੈਗਾ। ਮੇਰਾ ਮਨ ਨਹੀਂ ਕਰਿਆ ਵੀ ਮੈਂ ਕਿਆ ਮਿਲਾਂਗਾ ਜੋ 9 ਮਹੀਨੇ ਰੱਖ ਕੇ ਬੱਚੇ ਢਿੱਡ 'ਚ ਆਪਣੇ ਉਹਨੇ ਮਾਰਦੇ, ਮੈਂ ਕੌਣ ਹਾਂ ਉਸਕੇ ਸਾਹਮਣੇ। ਗ੍ਰਿਫਤਾਰ ਕਿੱਥੋਂ ਕੀਤੇ ਗਏ ਸੀ ਤੁਹਾਡੇ ਮਾਸੀ ਦਾ ਲੜਕਾ ਤੇ ਤੁਹਾਡੀ ਜਿਹੜੀ ਪਤਨੀ? ਉਹਨਾਂ ਨੂੰ ਰਾਜਪੁਰੇ ਤੋਂ, ਮਤਲਬ ਉੱਥੇ ਗੁਰੂ ਨਾਨਕ ਦੀ ਹੱਟੀ ਉਸ ਕੋਲ ਲੱਗੀ ਵੀ ਤੀ ਕਾਫੀ ਦੇਰ ਦੀ। ਹੁਣ ਤੁਹਾਡੇ ਨਾਲ ਹੀ ਰਹਿ ਰਹੀ ਸੀ? ਨਹੀਂ, ਮੇਰੇ ਨਾਲ ਨਹੀਂ, ਮੈਂ ਤਾਂ ਆਪਣਾ ਪਿੰਡ ਰਹਿ ਰਿਹਾ ਸੀ, ਉਹ ਰਾਜਪੁਰੇ ਰਹਿ ਰਹੀ ਸੀ, ਕਿਉਂਕਿ ਰਹਿ ਨਹੀਂ ਦੇਊਗਾ, ਮੇਰਾ ਪਿੰਡ ਮਨ ਨਹੀਂ ਕਰਦਾ। ਰਾਜਪੁਰੇ ਆਪਣੇ ਘਰ ਰਹਿ ਰਹੇ ਸੀ ਉਹ? ਨਹੀਂ ਜੀ, ਉੱਥੇ ਕਿਰਾਏ 'ਤੇ ਉਹਨੇ ਕਮਰਾ ਲਿਆ ਪਤਾ ਜੀ ਰਾਜਪੁਰੇ। ਮੇਰੇ ਭਾ ਵੀ ਜਾਂਦੀ ਸੀ, ਮੈਂ ਲਿਆਂਦਾ ਸੀ ਮਨਾ ਕੇ, ਮੇਰਾ ਮਨ ਨਹੀਂ ਲੱਗਦਾ, ਮੇਰਾ ਮਨ ਨਹੀਂ ਲੱਗਦਾ। ਦੀਵਾਲੀ ਨੂੰ ਲਿਆਇਆ ਸਮਕਾ, ਮੈਂ ਉਸ ਨੂੰ ਮਨਾ ਕੇ ਲਿਆਇਆ, ਮਿੰਨਤਾਂ ਕਰਕੇ ਲਿਆਇਆ। ਮੇਰੇ ਇੱਕ ਹੋਰ ਪਿੰਡ ਦੇ ਉੱਥੇ ਸਮਾਨ ਲੈਣ ਗਏ ਵੀ ਤੇ ਉਹਨਾਂ ਨੇ ਕਿਹਾ ਵੀ ਚਲ ਕੋਈ ਬਾਤ ਨਹੀਂ ਜੀ। ਮੈਂ ਕਿਹਾ ਮੈਂ ਬੱਚਿਆਂ ਦੀ ਇੱਕ ਆਪਾਂ ਦੀਵਾਲੀ ਬਾਲेंगे, ਯਾਦ ਕਰਾਂਗੇ ਬੱਚਿਆਂ ਨੂੰ। ਤੂਰੇ ਬੈਠੀ ਆ ਵੀ ਬੱਚਿਆਂ ਦਾ ਉਹ ਵਿਚਾਰੇ ਕਿਆ ਕਹਿੰਦੇ ਹੋਣੇ, ਪਰ ਇੱਕ ਬੱਚੇ ਹੀ ਕਿਆ ਪਤਾ ਉਹਨੂੰ ਮਤਲਬ ਘਰ ਨਾ ਬਾੜਨੇ ਚਾਹੁੰਦੇ ਹੋਣ, ਕਿਉਂਕਿ ਉੱਥੇ ਜਨਮੇ ਦੇ, ਉੱਥੇ ਖੇਲੇ ਦੇ ਬੱਚੇ। ਇਸ ਸਾਹਮਣੇ ਨਿਕਲ ਕੇ ਗੱਲ ਆ ਰਹੀ ਸੀ ਕਿ ਆਖਰ ਜਿਹੜੀ ਇਹ ਕਰਤੂਤਾਂ ਸੀ ਉਹਨਾਂ ਦੀਆਂ, ਕਾਲੀਆਂ ਕਰਤੂਤਾਂ ਕਹਾਂਗਾ ਮੈਂ, ਕਿ ਕਾਲੀਆਂ ਕਰਤੂਤਾਂ ਉਹ ਬੱਚਿਆਂ ਨੂੰ ਪਤਾ ਸੀ ਕਿਤੇ ਨਾ ਕਿਤੇ, ਤਾਂ ਜੋ ਸ਼ਾਇਦ ਇਹਨਾਂ ਨੇ ਇਹ ਅੰਜਾਮ ਦਿੱਤਾ ਘਟਨਾ ਨੂੰ। ਹਾਂਜੀ, ਪਰ ਮਾਰਨਾ ਤਾਂ ਮੈਨੂੰ ਚਾਹੀਦਾ ਤਾਂ ਨਾ ਉਹਨਾਂ ਨੂੰ, ਬੱਚਿਆਂ ਨੂੰ ਕਿਉਂ ਮਾਰਿਆ ਜੋ? ਪਰ ਉਹਨਾਂ ਨੇ ਪਤਾ ਨਹੀਂ ਕਿਆ ਦੇਖਿਆ, ਕੁਛ ਨਹੀਂ ਦੇਖਿਆ। ਮੈਂ ਤਾਂ ਇਹੀ ਕਹਾਂਗਾ ਬਸ ਵੀ ਹੋਰ ਮੇਰੇ ਤੇ ਕੁਛ ਨਾ ਵੈਸੇ ਜੀ। ਸੋ ਬਿਲਕੁਲ ਬੜੇ ਹੀ ਜਿਹੜੀ ਆ ਦਿਲ ਨੂੰ ਧੁਰ ਅੰਦਰ ਤੱਕ ਝੰਜੋੜ ਦਿੰਦੀਆਂ ਨੇ ਅਜਿਹੀਆਂ ਜਦੋਂ ਗੱਲਾਂ ਸਾਹਮਣੇ ਆਉਂਦੀਆਂ ਨੇ, ਅਜਿਹੀਆਂ ਖਬਰਾਂ ਸੁਣਦੇ ਆ ਜਦੋਂ, ਸੋਚ ਵੀ ਨਹੀਂ ਸਕਦੇ ਕਿ ਆਖਰ 9 ਮਹੀਨੇ ਕੁੱਖ ਦੇ ਵਿੱਚ ਰੱਖ ਕੇ ਬੱਚੇ ਨੂੰ ਜਨਮ ਦੇਣ ਵਾਲੀ ਖੁਦ ਇੱਕ ਮਾਂ ਜਿਹੜੀ ਹੁੰਦੀ ਆ, ਗਿੱਲੇ ਥਾਂ 'ਤੇ ਪੈ ਜਾਂਦੀ ਆ ਪਰ ਬੱਚੇ ਨੂੰ ਜਿਹੜਾ ਆ ਸੁੱਕੇ ਥਾਂ 'ਤੇ ਪਾਉਂਦੀ ਆ। ਅਜਿਹੀ ਮਾਂ ਖੁਦ ਆਪਣੇ ਹੱਥਾਂ ਦੇ ਨਾਲ, ਆਪਣੇ ਪ੍ਰੇਮ ਸੰਬੰਧਾਂ ਦੇ ਕਰਕੇ ਅਜਿਹੀ ਘਟਨਾ ਨੂੰ ਅੰਜਾਮ ਦੇ ਸਕਦੀ ਆ, ਸੋਚ ਵੀ ਨਹੀਂ ਸਕਦੇ। ਸੋ ਦੀਦਾਰ ਸਿੰਘ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਜੇਕਰ ਫਾਂਸੀ ਤੋਂ ਉੱਪਰ ਕੋਈ ਸਜ਼ਾ ਹੋਵੇ ਤਾਂ ਇਹਨਾਂ ਜ਼ਾਲਮਾਂ ਨੂੰ ਉਹ ਸਜ਼ਾ ਦਿੱਤੀ ਜਾਵੇ। ਤੇ ਪੰਜਾਬ ਸਰਕਾਰ ਦਾ ਵੀ ਇਹਨਾਂ ਦੇ ਵੱਲੋਂ ਧੰਨਵਾਦ ਕੀਤਾ ਗਿਆ ਤੇ ਨਾਲ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜਾ ਗੇਟ ਬਣਾਉਣ ਦੀ ਗੱਲ ਆਖੀ ਜਾ ਰਹੀ ਸੀ, ਮੈਂ ਉਹ ਗੇਟ ਬਣਾਉਣਾ ਨਹੀਂ ਚਾਹੁੰਦਾ ਤੇ ਨਾ ਹੀ ਮੈਨੂੰ ਸਰਕਾਰੀ ਨੌਕਰੀ ਦੀ ਲੋੜ ਆ। ਉਹ ਗੇਟ ਬਣਾਉਣ 'ਤੇ ਜੋ ਖਰਚਾ ਆਵੇਗਾ ਉਹ ਕਿਸੇ ਯਤੀਮ ਬੱਚਿਆਂ ਨੂੰ ਜਾਂ ਫਿਰ ਬੱਚਿਆਂ ਦੇ ਮਾਂ-ਬਾਪਾਂ ਨੂੰ ਦਿੱਤਾ ਜਾਵੇ। ਇੱਕ ਸੋਚ ਆ, ਅੱਜ ਬੱਚੇ ਚਲੇ ਗਏ ਪਰ ਸੋਚ, ਹੌਂਸਲਾ ਇਹਨਾਂ ਦਾ ਜਿਹੜਾ ਜਜ਼ਬਾ ਆ ਉਹ ਹਾਲੇ ਵੀ ਬਰਕਰਾਰ ਹੈ, ਕਿਉਂਕਿ ਇਹਨਾਂ ਨੂੰ ਲੱਗ ਰਿਹਾ ਕਿ ਅੱਜ ਮੇਰੇ ਕੋਲੋਂ ਜਿਹੜੇ ਇੱਕ ਬੱਚਿਆਂ ਦਾ ਪਿਆਰ ਦੂਰ ਹੋ ਗਿਆ, ਪਰ ਜਿਹੜੇ ਜ਼ਾਲਮ ਨੇ ਉਹਨਾਂ ਨੂੰ ਫਾਂਸੀ ਦੇ ਤਖਤੇ 'ਤੇ ਇਹ ਲਟਕਣਾ ਦੇਖਣਾ ਚਾਹੁੰਦੇ ਨੇ। ਹਰ ਕੋਈ ਚਾਹੇਗਾ, ਕਿਉਂਕਿ ਕਦੇ ਅਜਿਹੀ ਗੱਲ ਮਨ ਦੇ ਵਿੱਚ ਆਉਂਦੀ ਵੀ ਨਹੀਂ ਹੈ ਕਿ ਇੱਕ ਮਾਂ ਆਪਣੇ ਹੀ ਬੱਚਿਆਂ ਦਾ ਇਹ ਹਸ਼ਰ ਕਰੇਗੀ, ਕੋਈ ਸੋਚ ਵੀ ਨਹੀਂ ਸਕਦਾ। ਹੋਰ ਵੀ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ, ਲਗਾਤਾਰ ਬਣੇ ਰਹੋ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।